ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਹੀ ਵਧੀਆ ਖੁਸ਼ਖਬਰੀ ਲੈ ਕੇ ਆਏ ਹਾਂ। ਵੈਸੇ ਤਾਂ ਟਾਈਮ ਬਹੁਤ ਹੋ ਗਿਆ ਸੀ ਪਰੰਤੂ ਵੀਡੀਓ ਬਣਾਉਣੀ ਪਈ ਕਿਉਂਕਿ ਖੁਸ਼ਖਬਰੀ ਹੀ ਇੰਨੀ ਵਧੀਆ ਸੀ। 4 ਨੋਟੀਫਿਕੇਸ਼ਨ ਜਿਹੜੇ ਪੰਜਾਬ ਪੁਲਿਸ ਨੇ ਤੁਹਾਡੇ ਲਈ ਜਾਰੀ ਕਰ ਦਿੱਤੇ ਹਨ। ਚਾਰੇ ਨੋਟੀਫਿਕੇਸ਼ਨਾਂ ਦੀ ਮੈਂ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਇੱਥੇ ਦਿਖਾਉਣਾ ਹੁਣ, ਠੀਕ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਇਹਨਾਂ ਵਿੱਚ ਜਿਹੜੀ ਉਮਰ ਹੈ 18 ਤੋਂ 37 ਸਾਲ ਰੱਖੀ ਗਈ ਹੈ। ਕੋਈ ਵੀ ਇਸ ਵਿੱਚ ਜਿਹੜਾ ਤੁਹਾਡਾ ਫਿਜ਼ੀਕਲ ਨਹੀਂ ਹੋਵੇਗਾ। ਸਤੰਬਰ ਮਹੀਨੇ ਵਿੱਚ ਜਿਹੜਾ ਇਸ ਦਾ ਪੇਪਰ ਹੋਣਾ ਹੈ। ਬਹੁਤ ਜਲਦੀ ਜਿਹੜੇ ਫਾਰਮ ਹੈ ਆਨਲਾਈਨ ਅਪਲਾਈ ਸ਼ੁਰੂ ਹੋ ਜਾਣਗੇ। ਸਾਰਿਆਂ ਦਾ ਸਿਲੇਬਸ ਤੇ ਆਨਲਾਈਨ ਕਿਵੇਂ ਅਪਲਾਈ ਕਰਨਾ ਹੈ ਡਿਟੇਲ ਵਿੱਚ ਸਾਰਾ ਕੁਝ ਸਿਲੇਬਸ ਮੁਤਾਬਕ ਤੁਹਾਨੂੰ ਜਾਣਕਾਰੀ ਹੁਣ ਪੂਰੀ ਵੀਡੀਓ 'ਚ ਮਿਲੂਗੀ। ਤੁਸੀਂ ਪੂਰੀ ਵੀਡੀਓ ਧਿਆਨ ਨਾਲ ਦੇਖਣੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿਹੜੀਆਂ ਪੋਸਟਾਂ ਹਨ। IT ਆਫਿਸਰ ਦੀਆਂ ਪੋਸਟਾਂ ਨੇ, ਠੀਕ ਹੈ। ਇਸ ਤੋਂ ਇਲਾਵਾ ਫੋਰੈਂਸਿਕ ਆਫਿਸਰ ਦੀਆਂ ਪੋਸਟਾਂ ਨੇ, ਲੀਗਲ ਆਫਿਸਰ ਦੀਆਂ ਪੋਸਟਾਂ ਨੇ ਤੇ ਫਾਈਨਾਂਸ ਆਫਿਸਰ ਦੀਆਂ ਪੋਸਟਾਂ ਨੇ। ਪੂਰੀ ਡਿਟੇਲ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ। ਸਭ ਤੋਂ ਪਹਿਲਾਂ ਆਪਾਂ ਪਹਿਲਾ ਨੋਟੀਫਿਕੇਸ਼ਨ ਓਪਨ ਕਰਦੇ ਹਾਂ ਆਪਣਾ। ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਉੱਤੇ ਦੇਖੋ ਇਸ ਆਪਣਾ ਸਿਵਲ ਸਟਾਫ ਦੀਆਂ ਜਿਹੜੀਆਂ ਪੋਸਟਾਂ ਕੱਢੀਆਂ ਸੀ ਉਹਦੇ ਅੰਡਰ ਜਿਹੜੀਆਂ ਸਾਰੀਆਂ ਪੋਸਟਾਂ ਨਿਕਲੀਆਂ ਨੇ। ਸਭ ਤੋਂ ਪਹਿਲਾਂ ਇਨਫੋਰਮੇਸ਼ਨ ਟੈਕਨੋਲੋਜੀ ਆਪਣੇ ਕੋਲ ਦੇਖੋ ਤੁਹਾਡੀ ਸਕਰੀਨ ਉੱਤੇ ਇਨਫੋਰਮੇਸ਼ਨ ਟੈਕਨੋਲੋਜੀ, ਠੀਕ ਹੈ। ਇਸ ਦੀ ਭਰਤੀ ਬਾਰੇ ਆਪਾਂ ਗੱਲ ਕਰਦੇ ਹਾਂ। ਅੱਗੇ ਦੇਖੋ ਇਸ ਵਿੱਚ ਕੀ ਕੁਝ ਕਿਹਾ ਇਹਨਾਂ ਨੇ। ਜਿਹੜਾ ਡੇਟ ਆਫ ਐਗਜ਼ਾਮ ਇਹਨਾਂ ਨੇ ਦੱਸਤਾ ਆਪਾਂ ਨੂੰ ਕਿ ਡੇਟ ਆਫ ਐਗਜ਼ਾਮ ਹੈ ਤੁਹਾਡਾ ਸਤੰਬਰ ਮਹੀਨੇ ਵਿੱਚ ਐਗਜ਼ਾਮ ਹੈ ਜਿਹੜਾ ਲੈਣਾ ਹੈ। ਕੰਪਿਊਟਰ ਬੇਸਡ ਪੇਪਰ ਹੋਣਾ ਹੈ 2 ਘੰਟੇ ਦਾ, ਠੀਕ ਹੈ। ਸਾਰਾ ਕੁਝ ਇਹਨਾਂ ਨੇ ਦੱਸ ਦਿੱਤਾ ਇਸ ਵਿੱਚ ਕਿ 25% ਜਿਹੜੇ ਨੰਬਰ ਜਿਵੇਂ ਹੁੰਦੇ ਆ ਉਸ ਤਰ੍ਹਾਂ ਕੱਟੇ ਜਾਣਗੇ। ਜੇ 25% ਜਿਹੜਾ ਇੱਕ ਗਲਤ ਹੋਊਗਾ ਕੁਐਸਚਨ। ਸਭ ਤੋਂ ਪਹਿਲਾਂ ਦੇਖੋ ਏਜ ਕੀ ਹੈ। ਏਜ 18 ਤੋਂ 37 ਸਾਲ ਹੈ ਇਸ ਵਿੱਚ ਰੱਖੀ ਗਈ ਹੈ, ਜਿਹੜੀ ਕਿ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਡਾਊਟ ਹੁੰਦਾ ਕਿ ਏਜ ਕਿੰਨੀ ਹੋਊਗੀ। ਏਜ 18 ਤੋਂ 37 ਸਾਲ ਇਸ ਵਿੱਚ ਰੱਖੀ ਗਈ ਹੈ। ਅੱਗੇ ਦੇਖੋ ਤੁਸੀਂ ਮੈਰਿਟ ਜਿਹੜੀ ਉਹ ਰਿਟਨ ਐਗਜ਼ਾਮ ਦੇ ਬੇਸ 'ਤੇ ਹੀ ਬਣੇਗੀ, ਤੁਹਾਡੀ ਕੰਪਿਊਟਰ ਬੇਸਡ ਐਗਜ਼ਾਮ ਹੋਵੇਗਾ। ਉਸ ਤੋਂ ਅੱਗੇ ਇਸ ਵਿੱਚ ਕੀ ਰੱਖਿਆ ਗਿਆ ਇਹਨਾਂ ਨੇ, ਕਹਿੰਦੇ ਕੋਈ ਵੀ ਮਿਨੀਮਮ ਹਾਈਟ ਰਿਕੁਆਇਰਮੈਂਟ ਨਹੀਂ ਹੈ, ਮਤਲਬ ਕੱਦ ਦੀ ਛੂਟ ਹੈ, ਤੁਹਾਨੂੰ ਜਿੰਨਾ ਮਰਜ਼ੀ ਕੱਦ ਹੋਵੇ ਕੋਈ ਵੀ ਅਪਲਾਈ ਕਰ ਸਕਦਾ। ਦੂਜਾ ਨੰਬਰ ਗੱਲ ਕਿਹਾ ਫਿਜ਼ੀਕਲ ਨਹੀਂ ਹੋਣਾ ਇਸ ਵਿੱਚ, ਕੋਈ ਵੀ ਤੁਹਾਡਾ ਫਿਜ਼ੀਕਲ ਕੋਈ ਨਹੀਂ ਹੋਣਾ। ਤੁਸੀਂ ਬਿਨਾਂ ਮਤਲਬ ਜਿਹੜੇ ਫਿਜ਼ੀਕਲ ਨਹੀਂ ਦੇਣਾ ਚਾਹੁੰਦੇ ਹੋ ਉਹ ਇਸ ਵਿੱਚ ਅਪਲਾਈ ਕਰ ਸਕਦੇ ਹੋ। ਕੋਈ ਕੱਦ ਨਹੀਂ, ਕੋਈ ਫਿਜ਼ੀਕਲ ਨਹੀਂ, ਠੀਕ ਹੈ। ਅੱਗੇ ਦੇਖੋ ਤੁਹਾਡਾ ਜਿਹੜੀ ਇਹਨਾਂ ਨੇ ਰਿਜ਼ਰਵੇਸ਼ਨ ਵਿੱਚ ਰੱਖੀ ਹੈ ਉਹ ਵੀ ਸਾਰਾ ਤੁਹਾਨੂੰ ਦੱਸਦਾ। ਕੰਪਿਊਟਰ ਬੇਸਡ ਇਹਨਾਂ ਦਾ ਕਹਿੰਦੇ ਪੇਪਰ ਹੋਣਾ ਹੈ, ਠੀਕ ਹੈ। ਸਾਰਾ ਕੁਝ ਤੁਹਾਨੂੰ ਮੈਂ ਵੈਸੇ ਥੰਬਨੇਲ ਤੇ ਤੁਸੀਂ ਦੇਖ ਲਿਆ ਹੋਣਾ ਹੈ। ਸਭ ਤੋਂ ਅੱਗੇ ਦੇਖੋ ਕੀ ਹੈ, ਬਹੁਤ ਜ਼ਰੂਰੀ ਹੈ ਜਿਹੜਾ ਆਪਣੇ ਕੋਲ ਕੰਪਿਊਟਰ ਡਿਜੀਟਲ ਫੋਰੈਂਸਿਕ ਆਫਿਸਰ ਜਿਹੜੀਆਂ 13 ਪੋਸਟਾਂ ਇਸ ਦੀਆਂ, ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਦੀਆਂ 21 ਪੋਸਟਾਂ ਹੈ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਸੌਫਟਵੇਅਰ ਜਿਹੜੀਆਂ 214 ਪੋਸਟਾਂ ਹੈ। ਜਿਹੜਾ ਸੌਫਟਵੇਅਰ ਜਿਹੜੀਆਂ ਪਹਿਲਾਂ ਇਹ ਨਾ ਪੰਜਾਬ ਪੁਲਿਸ ਦੀਆਂ ਪੋਸਟਾਂ ਹੁੰਦੀਆਂ ਸਨ, ਇਸ ਵਾਰ ਇਹਨਾਂ ਨੇ ਜਿਹੜਾ ਸੌਫਟਵੇਅਰ ਵਾਲੀਆਂ ਪੋਸਟਾਂ ਜਿਹੜੀਆਂ ਇਹ ਸਿਵਲੀਅਨ ਸਟਾਫ ਦੀਆਂ ਬਣਾਤੀਆਂ, ਮਤਲਬ ਸਿਵਲ ਦੀ ਪੋਸਟ ਬਣਾਤੀ। ਹੁਣ ਮੈਂ ਥੋੜ੍ਹੇ ਟਾਈਮ ਪਹਿਲਾਂ ਤੁਸੀਂ ਦੇਖਿਆ ਹੋਣਾ ਟੈਲੀਗ੍ਰਾਮ ਉੱਤੇ ਇੱਕ ਪੇਪਰ ਅਪਲੋਡ ਕੀਤਾ ਸੀ ਸੌਫਟਵੇਅਰ ਦਾ। ਇਹ ਉਹੀ ਸੌਫਟਵੇਅਰ ਦਾ ਪੇਪਰ ਸੀ ਜਿਹੜਾ 2016 ਵਿੱਚ ਹੋਇਆ ਸੀ। ਹੁਣ ਇਹ ਜਿਹੜੀਆਂ ਪੋਸਟਾਂ ਸਿਵਲ ਸਟਾਫ ਦੀਆਂ ਬਣਾਤੀਆਂ ਇਹਨਾਂ ਨੇ। ਸਭ ਤੋਂ ਪਹਿਲਾਂ ਦੇਖੋ ਤੁਸੀਂ ਕੰਪਿਊਟਰ ਡਿਜੀਟਲ ਆਫਿਸਰ ਫੋਰੈਂਸਿਕ ਦੇ ਜਿਹੜਾ 13 ਪੋਸਟਾਂ ਨੇ, ਇਸ ਦਾ ਪੇ ਸਕੇਲ ਹੋਵੇਗਾ 29,200। ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਦੀਆਂ 21 ਪੋਸਟਾਂ ਨੇ, ਇਸ ਦਾ ਪੇ ਸਕੇਲ ਹੋਵੇਗਾ 25,500। ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਇੱਕ ਤਰ੍ਹਾਂ ਦੇ ਕਾਂਸਟੇਬਲ ਦੇ ਲੈਵਲ ਦੀ ਜੌਬ ਹੋਵੇਗੀ। ਇਸ ਦਾ 214 ਪੋਸਟਾਂ ਨੇ ਪਰ ਸਿਵਲ ਦੀ ਜੌਬ ਹੋਏਗੀ ਇਹ, ਬਿਲਕੁਲ ਕੋਈ ਵਰਦੀ ਨਹੀਂ ਪਾਉਣੀ ਹੋਊਗੀ। ਇੱਥੇ ਤੁਸੀਂ 19,900 ਪੋਸਟਾਂ ਕੱਢਤੀਆਂ ਇਹਨਾਂ ਨੇ ਇਸ ਵਿੱਚ ਤੇ 248 ਟੋਟਲ ਪੋਸਟਾਂ ਇਹਨਾਂ ਨੇ ਇਸ ਵਿੱਚ ਦੱਸੀਆਂ ਨੇ, ਠੀਕ ਹੈ। ਅੱਗੇ ਗੱਲ ਕਰਦੇ ਹਾਂ, ਅੱਗੇ ਦੇਖਦੇ ਹਾਂ ਆਪਾਂ ਇਸ ਵਿੱਚ ਹੋਰ ਕੀ ਕੁਝ ਹੈ। ਇਹਨਾਂ ਨੇ ਕੀ ਰਿਕੁਆਇਰਮੈਂਟ ਮੰਗੀ ਹੈ। ਰਿਕੁਆਇਰਮੈਂਟ ਮੰਗੀ ਹੈ ਕੰਪਿਊਟਰ ਡਿਜੀਟਲ ਫੋਰੈਂਸਿਕ ਲਈ, ਜਿਹੜਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਦੇਖਿਆ 21 ਪੋਸਟਾਂ ਜਿਹੜੀਆਂ 13 ਪੋਸਟਾਂ ਹੈ, ਉਸ ਦੇ ਲਈ ਰਿਕੁਆਇਰਮੈਂਟ ਮੰਗੀ ਹੈ ਇਹਨਾਂ ਨੇ ਕਿ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਕੰਪਿਊਟਰ ਦੀ, ਬੈਚਲਰ ਮਤਲਬ ਗ੍ਰੈਜੂਏਸ਼ਨ ਵਿੱਚ ਤੁਸੀਂ ਕੰਪਿਊਟਰ ਕੀਤਾ ਹੋਣਾ ਚਾਹੀਦਾ। BCA BSc IT ਕੋਈ ਵੀ ਇਸ ਲਈ ਅਪਲਾਈ ਕਰ ਸਕਦਾ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਮਿਨੀਮਮ 12 ਈਅਰ ਦਾ ਜਿਹੜਾ ਤੁਹਾਡਾ ਰਿਲੇਵੈਂਟ ਵਰਕ ਐਕਸਪੀਰੀਅੰਸ ਤੁਹਾਡੇ ਕੋਲ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦਾ ਜਾਂ ਫਿਰ ਕਿਸੇ ਹੋਰ ਪਬਲਿਕ ਸੈਕਟਰ ਅੰਡਰਟੇਕਿੰਗ ਐਨੀ ਈ ਗਵਰਨੈਂਸ ਪ੍ਰੋਜੈਕਟ ਇਨ ਪ੍ਰਾਈਵੇਟ ਸੈਕਟਰ ਤੁਹਾਡੇ ਕੋਲ ਉਹ ਵੀ ਜਿਹੜਾ ਤੁਹਾਡਾ ਇੱਥੇ ਚੱਲ ਜੂਗਾ। 12 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਇਸ ਵਿੱਚ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਦੀ। ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਇਸ ਵਿੱਚ ਵੀ ਜਿਹੜੀ ਗ੍ਰੈਜੂਏਸ਼ਨ ਵਿੱਚ ਕੰਪਿਊਟਰ ਮੰਗਿਆ ਗਿਆ ਤੁਹਾਡੇ ਤੋਂ, ਉਸ ਤੋਂ ਇਲਾਵਾ ਮਿਨੀਮਮ 7 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਸੈਂਟਰ ਜਾਂ ਸਟੇਟ ਗਵਰਨਮੈਂਟ ਔਰ ਪਬਲਿਕ ਅੰਡਰਟੇਕਿੰਗ ਔਰ ਐਨੀ ਈ ਗਵਰਨੈਂਸ ਪ੍ਰੋਜੈਕਟ ਔਰ ਇਨ ਪ੍ਰਾਈਵੇਟ ਸੈਕਟਰ। ਇਹ ਤੁਹਾਡਾ ਮੰਗਿਆ ਗਿਆ ਹੈ 7 ਸਾਲ ਦਾ ਐਕਸਪੀਰੀਅੰਸ ਇਸ ਵਿੱਚ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਹੈ, ਠੀਕ ਹੈ। ਅੱਗੇ ਦੇਖੋ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਹੈ ਜਿਹੜਾ, ਉਸ ਦੇ ਲਈ ਵੀ ਗ੍ਰੈਜੂਏਸ਼ਨ ਹੀ ਹੈ ਪਰੰਤੂ ਇਸ ਦੇ ਲਈ ਸਿਰਫ 2 ਸਾਲ ਦਾ ਮਿਨੀਮਮ ਐਕਸਪੀਰੀਅੰਸ ਮੰਗਿਆ ਗਿਆ ਹੈ। ਕਿਸੇ ਵੀ ਸੈਂਟਰਲ ਜਾਂ ਸਟੇਟ ਗਵਰਨਮੈਂਟ ਦੇ ਅੰਡਰ ਹੋਵੇ ਜਾਂ ਐਨੀ ਈ ਗਵਰਨੈਂਸ ਪ੍ਰੋਜੈਕਟ ਕੋਈ ਵੀ ਪ੍ਰਾਈਵੇਟ ਸੈਕਟਰ ਦਾ ਐਕਸਪੀਰੀਅੰਸ ਉਹ ਵੀ ਚੱਲੂਗਾ ਇੱਥੇ, ਠੀਕ ਹੈ। ਅੱਗੇ ਦੇਖੋ ਇਸ ਵਿੱਚ ਪੇਪਰ ਜਿਹੜਾ 100 ਨੰਬਰ ਦਾ ਤੁਹਾਡਾ ਪੇਪਰ ਹੋਣਾ ਹੈ। ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਪਹਿਲੀ ਪੋਸਟ ਸੀ ਉਸ ਦੇ ਲਈ 100 ਨੰਬਰ ਦਾ ਪੇਪਰ ਹੋਣਾ ਹੈ, ਠੀਕ ਹੈ। ਸਿਲੇਬਸ ਜਿਹੜਾ ਦਿੱਤਾ ਹੋਇਆ ਮੈਂ ਸਾਰਾ ਟੈਲੀਗ੍ਰਾਮ ਉੱਤੇ ਤੁਹਾਨੂੰ PDF ਪਾ ਦੇਵਾਂਗਾ ਤੇ ਸਾਰਿਆਂ ਦੇ ਸਿਲੇਬਸ ਤੁਹਾਨੂੰ ਇੰਸਟਾਗ੍ਰਾਮ ਉੱਤੇ ਮਿਲ ਜਾਣਗੇ। ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਦੋਹਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੈ, ਉੱਥੋਂ ਜਾ ਕੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਦੋਹਾਂ ਨੂੰ ਜੁਆਇਨ ਕਰ ਲਓ। ਦੇਖੋ ਕਿੰਨਾ ਉੱਚੀ ਬੋਲਣਾ ਪੈ ਰਿਹਾ ਮੈਨੂੰ, ਇਸ ਕਰਕੇ ਜ਼ਰੂਰ ਜੁਆਇਨ ਕਰ ਲਿਓ, ਕੋਈ ਵੀ ਨਾ ਛੱਡਿਓ। ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਦੋਹਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹਨ। ਸਾਰਾ ਸਿਲੇਬਸ ਉੱਥੇ ਤੁਹਾਨੂੰ ਮਿਲ ਜੂਗਾ, ਦੋਹਾਂ ਦੇ PDF ਜਿਹੜੇ ਟੈਲੀਗ੍ਰਾਮ ਉੱਤੇ ਵੀ ਮਿਲ ਜਾਣਗੇ। ਦੇਖੋ ਵੈਸੇ ਤਾਂ ਹਰੇਕ ਪੇਪਰ ਵਿੱਚ ਜਿਹੜਾ ਤੁਹਾਡਾ ਜਿਵੇਂ GK ਮੈਥ ਰੀਜਨਿੰਗ ਵਗੈਰਾ ਪੰਜਾਬੀ ਨੇ ਉਹ 50% ਸਿਲੇਬਸ ਉਹ ਹੋਵੇਗਾ ਇਸ ਵਿੱਚ ਤੇ 50% ਇਸ ਵਿੱਚ ਜਿਹੜਾ ਸਿਲੇਬਸ ਹੈ ਤੁਹਾਡੀ ਜੌਬ ਜਿਵੇਂ ਕੰਪਿਊਟਰ ਰਿਲੇਟਿਵ ਜਿਹੜਾ ਸਿਲੇਬਸ ਰੱਖਿਆ ਗਿਆ ਇਹਨਾਂ ਨੇ, ਠੀਕ ਹੈ। ਸਾਰਾ ਸਿਲੇਬਸ ਤੁਹਾਨੂੰ ਤੁਹਾਡੀ ਉਹਦੇ ਉੱਤੇ ਮਿਲ ਜਾਵੇਗਾ ਟੈਲੀਗ੍ਰਾਮ ਉੱਤੇ, ਉੱਥੋਂ ਜਾ ਕੇ ਤੁਸੀਂ ਜਿਹੜਾ ਦੇਖ ਲਿਓ।
ठीक है। अगे गल करते हैं अगले पेपर में भी सेम इस तरह ही है, जो इन्फॉर्मेशन टैक्नोलॉजी ऑफिसर है जोड़ा इसका भी 100 नंबर का पेपर है। ठीक है, इस विच भी सेम प्रोसैस ही रखा गया है, जोड़ा तुहाडा 100 नंबर के पेपर में जोड़ा मतलब 50% सिलेबस है जोड़ा GK वगैरह मैथ रीजनिंग इंग्लिश पंजाबी तो 50% जोड़ा जॉब रिलेटेड जोड़ा तुहाडा कंप्यूटर सिलेबस रखा गया है। ठीक है, ये सेम दोहे पेपर जोड़ा तुहाडा असिस्टेंट और IT ऑफिसर का एक पेपर होना है सेम है। ठीक है, तो जोड़ा तुहाडा दूजे का पेपर है जोड़ा की नाम है इसका डिजिटल फॉरेंसिक ऑफिसर। ठीक है, इसका जोड़ा अलग तो पेपर होना है 100 नंबर के पेपर है दोहे 120 मिनट के मतलब 2 घंटे का पेपर है। ठीक है, बहुत ही वधिया मौका जिन्होंने कोल भी एक्सपीरियंस हैगा ये ਜਾਂ फिर जिहड़े कोल भी पढ़ाई की हुई है वो इस विच अपलाई कर सकणगे। ठीक है, हुण अगे गल करते हैं अपने दूजे नोटिफिकेशन की। दूजा नोटिफिकेशन किहड़ा है अपने कोल देखते हैं आपां हुण। बहुत वधिया ताज़े अपडेट है बिल्कुल फाइनांस के बारे ये फाइनांस आ जिहड़ा कमर्स वालियां लई बहुत जरूरी है, कमर्स वाले वीडियो जरूर देखण। ठीक है, कमर्स वाले इस विच अपलाई कर सकते। बाकी प्रोसैस सेम ही है, इस विच भी जिहड़ा एग्जामिनेशन है सितंबर में होना है। एज है जी 18 तो 37 साल रखी गई है। इस विच भी कोई मिनिमम हाइट नहीं है, कंप्यूटर बेस्ड टैसट होना है, फिजिकल कोई नहीं है। इस विच भी सारा रिजर्वेशन जिवें हुंदी है उस तरह ही इस विच होनी है। ठीक है, अगे इस विच पोस्टां देखो, पोस्टां इस विच बहुत ही इंपॉर्टेंट फाइनैंशियल इन्वैस्टिगेशन सपोर्ट ऑफिसर की जिहड़ियां 11 पोस्टां है, इसका सैलरी पैकेज होगा जिहड़ा 29,200 होगा, बहुत वधिया सैलरी पैकेज है, सेंट्रल पे के हिसाब नाल मिलेगा। तो फाइनैंशियल इन्वैस्टिगेशन सपोर्ट असिस्टेंट इसदे 70 पोस्टां ने, इसका 25,500 जिहड़ा बेसिक होवे। मैं तुहानूं बार-बार कही जांदा सीगा कि जिहड़े सिविल स्टाफ दीयां पोस्टां आउणीਆਂ ने, असिस्टेंट वगैरह रखने ने, सारे तैयारी करो। ये सारियां ਉਹੀ पोस्टां ने। ठीक है, निकल चुकियां ने ਜਿਹੜੀਆਂ। ਹੁਣ देखो की एलिजिबिलिटी होगी। ਜਿਹੜਾ ਤਾਂ ऑफिसर है ऑफिसर के लिए भी इन्होंने BCom मंगी है तो उसके मिनीमम 7 साल का एक्सपीरियंस चाहिए थोड़ा अकाउंटिंग एंड बैंकिंग और फाइनैंशियल विच। ठीक है, अगे जोड़ा एक्सपीरियंस मंगया इन्होंने सॉरी असिस्टेंट के लिए भी BCom ही मंगी है, इस विच 2 साल का एक्सपीरियंस मंगया है। ठीक है, 2 साल का तुहाडे कोल एक्सपीरियंस मंगया है। इस विच जिहड़ा दोहां दा जिहड़ा पेपर है तुहाडा पेपर इस तरह होना है, पेपर पैटर्न इन्होंने दिखाता तुहाडे सामने है। इस विच भी जिहड़ा तुहाडा 50% रहेगा मैथ रीजनिंग GK होगी, पंजाबी तो इंग्लिश होगी। उस तो इलावा जो 50% जो सिलेबस है तुहाडा ये रहेगा तुहाडे सबजैक्टां के रिलेटेड, जिवें कि तुहाडीआं फाइनैंस के रिलेटेड जिहड़े तुसीं BCom विच पढ़ाई कीती उसके रिलेटेड जो तुहाडा सिलेबस होगा। सितंबर में पेपर है, इसकी जानकारी तुहानूं टैलीग्राम ते इंस्टाग्राम उत्ते मिल जाएगी, दोहे उत्थे डिस्क्रिप्शन बॉक्स में ज्वाइन कर लिओ। ठीक है, हुण अपने कोल 2 नोटिफिकेशन आपने देख लिया, आपां देखते हैं तीजा नोटिफिकेशन। तीजा नोटिफिकेशन किहड़ा अपने कोल, तीजा नोटिफिकेशन अपने को लीगल किहड़े है जिहड़े ने लॉ की डिग्री की है। बहुत घट स्टूडेंट होंगे जिहड़े लॉ की डिग्री की है। मान लो जिहड़े ने की हुई है वो अप्लाई करनगे तो 100% है ये चांस है कि लग ही जाएंगे। ठीक है, इसका भी पेपर जो तुहाडा सितंबर में होगा। 18 तो 37 साल एज रखी गई है। ठीक है, वही सेम कोई कद का नहीं है, कोई फिजिकल नहीं है। ठीक है, बाकी सेम रिजर्वेशन है, कंप्यूटर बेस्ड पेपर होना है, उस आधार पर मैरिट बननी है। ठीक है, नंबर ऑफ पोस्ट कितनी है हुण देखो, इस विच लीगल ऑफिसर दी जिहड़ियां पोस्टां है 11 पोस्टां है, 29,200 है। ठीक है, इसका स्केल है जोड़ा असिस्टेंट लीगल ऑफिसर जोड़ा ये असिस्टेंट दी पोस्टां, ये ऑफिसर दी पोस्टां, असिस्टेंट दी 120 पोस्टां है, इसका 25,500 है। ठीक है, बाकी जी तुहाडी रिजर्वेशन मुताबिक जोड़ा तुहानूं जल्दी ही नोटिफिकेशन आ जाए उत्थों पता लग जाएगा। अगे देखते हैं इस विच की होगा तुहाडा क्राइटेरिया। लीगल ऑफिसर के लिए भी BLLB मतलब तुसीं ला विच जिहड़ी डिग्री ग्रैजुएशन की होनी चाहिए। 7 साल का एक्सपीरियंस मंगे इन्होंने। किसी भी सुप्रीम कोर्ट या किसी भी हाई कोर्ट या किसी भी डिस्ट्रिक्ट कोर्ट में तुहाडा जिहड़ा लॉ का तुसीं एक्सपीरियंस किया होया जिवें वकील का वो तुहाडा चलेगा इत्थे। ठीक है, बैचलर डिग्री जिहड़ी तुहाडी असिस्टेंट ऑफिसर जिहड़ा उस विच ही बैचलर डिग्री, असिस्टेंट विच ही बैचलर डिग्री, असिस्टेंट विच सिर्फ 2 साल का एक्सपीरियंस इत्थे इन्होंने मंगया है। ठीक है, इसका भी सेम तुहाडा पैटर्न उदा ही रहने वाला है। सब तो पहले जिहड़ा तुहाडा पेपर है 100 नंबर का पेपर होना है। 50% सिलेबस जिहड़ा तुहाडा मैथ रीजनिंग GK पंजाबी अंग्रेजी और 50 नंबर का जिहड़ा तुहाडा सिलेबस है वो तुहाडा ला कॉन्स्टिट्यूशन ऑफ इंडिया विचों आएगा, विचों 20 नंबर का, तो 30 नंबर का होर जिहड़े लॉ है अपने उन्हां दे विचों जिहड़ी तुसीं लॉ की पढ़ाई की होगी उस विचों जिहड़ा ये आएगा। ठीक है, ये हो गया अपना लॉ का। ठीक है, अगे आपां गल करते अपना लास्ट है जिहड़ा वो फोरेंसिक साइंस का, क्योंकि पुलिस वाले ने काफ़ी ने पहला भी जी फोरेंसिक साइंस की डिग्री जिन्होंने की होंगी सी उन्होंने मतलब कि एक अलग तो अपॉर्चुनिटी मिलती सी कि वो मतलब कि ASI बन जाते सी हैड कॉन्स्टेबल के बाद। उन्होंने बहुत जणिਆਂ ने की होनी इसलिए वो इत्थे लाहा ले सकती हैं। फोरेंसिक की डिग्री जिन्होंने की हुई है। ठीक है, वो देखो तुसीं की इस विच जिहड़ा डेट ऑफ एग्जामिनेशन वही सेम तुहाडा सितंबर में होना है। ठीक है, सेम वही सारा कुछ इस विच भी 18 तो 37 साल एज है तुहाडी, कंप्यूटर बेस्ड पेपर होना है, मिनीमम हाइट कोई नहीं, फिजिकल कोई नहीं, तुहाडा रिजर्वेशन तुहाडी सारी तुहानूं पता लग जाएगी इत्थे। ठीक है, अगे देखो तुहाडा सब तो जरूरी है जिहड़ा सब तो जो इस की है फोरेंसिक साइंस ऑफिसर है इसकी 24 पोस्ट है, 29,200 जो स्केल पे स्केल है। असिस्टेंट के लिए जो 150 पोस्ट है, 25,500 पे स्केल है। मतलब सारे ही डिपार्टमेंट IT फाइनांस
ਮਿਨਿਸਟਰੀ ਜੋ ਵੀ ਹੈ ਸਾਰਿਆਂ ਵਿੱਚ ਜਿਹੜਾ ਆਫੀਸਰ ਰੈਂਕ ਦੇ ਜੋ ਪੋਸਟਾਂ ਇੱਕ ਤਾਂ ਤੁਹਾਡੀਆਂ ਉਸ 2900 ਪੇ ਸਕੇਲ ਹੋਵੇਗਾ, ਅਤੇ ਇੱਕ ਤੁਹਾਡੀਆਂ ਜਿਹੜੀਆਂ ਅਸਿਸਟੈਂਟ ਲੈਵਲ ਦੀਆਂ ਪੋਸਟਾਂ ਉਹਨਾਂ ਵਿੱਚ ਜਿਹੜਾ ਤੁਹਾਡਾ 2500 ਇਹਨਾਂ ਨੇ ਪੇ ਸਕੇਲ ਰੱਖਿਆ ਹੈ। ਸਾਰਿਆਂ ਵਿੱਚ ਹੀ ਇੱਦਾਂ ਹੈ। ਇਸ ਵਿੱਚ ਹੀ ਜਿਹੜੀ ਐਲੀਜੀਬਿਲਟੀ ਹੈ ਤੁਹਾਡੀ ਬੈਚਲਰ ਡਿਗਰੀ ਤੁਹਾਡੀ ਫੋਰੈਂਸਿਕ ਸਾਇੰਸ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ 7 ਸਾਲ ਦਾ ਐਕਸਪੀਰੀਅੰਸ ਨਾਲ ਤੁਸੀਂ ਫੋਰੈਂਸਿਕ ਆਫੀਸਰ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਬੈਚਲਰ ਡਿਗਰੀ ਫੋਰੈਂਸਿਕ ਸਾਇੰਸ ਵਿੱਚ ਕੀਤੀ ਹੈ ਤੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਜਿਹੜਾ ਅਸਿਸਟੈਂਟ ਹੈ ਜਿਹੜਾ ਉਸ ਦੇ ਲਈ ਅਪਲਾਈ ਕਰ ਸਕਦੇ ਹੋ। ਬਹੁਤ ਵਧੀਆ ਪੋਸਟ ਹੈ। ਇਸ ਵਿੱਚ ਵੀ ਸੇਮ ਪੇਪਰ ਤੁਹਾਡਾ ਬਹੁਤ ਜਲਦੀ ਹੋਣ ਜਾਣਾ ਹੈ। ਸਾਰਾ ਪੇਪਰ ਇਹਨਾਂ ਨੇ ਜਿਹੜੇ ਤੁਹਾਡੇ 100 ਨੰਬਰ ਦੇ ਪੇਪਰ ਹੈ ਇਹ ਤੁਹਾਡੇ ਬਹੁਤ ਜਲਦ ਲੈ ਲੈਣੇ ਆ। ਸਤੰਬਰ ਵਿੱਚ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਪੇਪਰ ਹੈ, ਇਸ ਦੇ ਵੀ 2 ਅਲੱਗ-ਅਲੱਗ ਪੇਪਰ ਹਨ। ਸੇਮ ਉਸੇ ਤਰ੍ਹਾਂ ਹੀ 50% ਜਿਹੜਾ ਸਿਲੇਬਸ ਹੈ ਤੁਹਾਡਾ 50% ਉਹ ਆਵੇਗਾ ਤੁਹਾਡਾ ਫੋਰੈਂਸਿਕ, ਮਤਲਬ ਕਿ ਜਿਹੜੇ ਮੈਥ ਰੀਜਨਿੰਗ ਜੀਕੇ ਵਗੈਰਾ ਕੀਤੀ ਹੁੰਦੀ ਹੈ ਉਸ ਵਿੱਚੋਂ, ਤੇ 50% ਤੁਹਾਡਾ ਸਿਲੇਬਸ ਜਿਹੜਾ ਫੋਰੈਂਸਿਕ ਵਿੱਚੋਂ ਆਵੇਗਾ, ਠੀਕ ਹੈ। ਇਹਨਾਂ ਸਾਰੇ ਹੀ ਸਿਲੇਬਸਾਂ ਦੀ ਜਿਹੜੀ ਸਾਰੇ ਸਿਲੇਬਸਾਂ ਤੁਹਾਨੂੰ ਇੰਸਟਾਗ੍ਰਾਮ ਉੱਤੇ ਮਿਲ ਜਾਣਗੇ, ਤੇ ਸਾਰੀਆਂ ਪੀਡੀਐਫਾਂ ਤੁਹਾਨੂੰ ਟੈਲੀਗ੍ਰਾਮ ਉੱਤੇ ਵੀ ਮਿਲਣਗੀਆਂ, ਠੀਕ ਹੈ। ਇਸ ਕਰਕੇ ਦੋਹੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਦੋਹਾਂ ਨੂੰ ਜੁਆਇਨ ਕਰ ਲਓ, ਸਾਰਾ ਕੁਝ ਤੁਹਾਨੂੰ ਉੱਥੇ ਮਿਲ ਜਾਵੇਗਾ, ਠੀਕ ਹੈ। ਹੁਣ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ 'ਚ ਹੋਰ ਇਨਫੋਰਮੇਸ਼ਨ ਨਾਲ। ਇਸ ਦੀ ਸਭ ਤੋਂ ਪਹਿਲਾਂ ਅਪਡੇਟ ਜਦੋਂ ਇਸ ਨੂੰ ਆਨਲਾਈਨ ਅਪਲਾਈ ਕਰਨਾ ਹੈ, ਸਭ ਤੋਂ ਪਹਿਲਾਂ ਅਪਡੇਟ ਇਸ ਦੀ ਤੁਹਾਨੂੰ ਇਸ ਚੈਨਲ ਤੋਂ ਦੇਖਣ ਨੂੰ ਮਿਲੇਗੀ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਕੋਈ ਵੀ ਅਪਡੇਟ ਤੁਹਾਡੇ ਤੋਂ ਮਿਸ ਨਾ ਹੋਵੇ। ਇਸ ਤੋਂ ਇਲਾਵਾ ਬਹੁਤ ਜਲਦੀ ਕੱਲ੍ਹ ਨੂੰ ਪੰਜਾਬ ਪੁਲਿਸ ਦੀ ਜਿਹੜੀ ਕਾਂਸਟੇਬਲ ਦੀ ਭਰਤੀ ਹੈ ਉਸ ਦੇ ਸੰਬੰਧੀ ਵੀ ਇੱਕ ਬਹੁਤ ਵਧੀਆ ਅਪਡੇਟ ਆਈ ਹੈ, ਉਸ ਦੇ ਉੱਤੇ ਵੀਡੀਓ ਕੱਲ੍ਹ ਨੂੰ ਸਵੇਰੇ ਆ ਰਹੀ ਹੈ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹ ਵੀਡੀਓ ਦੇਖਣਾ ਨਾ ਭੁੱਲਿਓ। ਅੱਜ ਦੀ ਵੀਡੀਓ 'ਚ ਇੰਨਾ ਹੀ, ਧੰਨਵਾਦ।